Attention Outlook. ਆਸਾ ਮਹਿਲਾ ਪਹਿਲਾ। ਇੱਕ ਆਵੈ ਇੱਕ ਜਾਵੈ ਆਈ, ਇੱਕ ਹਰ ਰਾਤੇ ਰਹਿ ਸਮਾਈ। ਇਸ ਜਗਤ ਦੇ ਵਿੱਚ ਅਨੇਕਾਂ ਹੀ ਜੀਵ ਜਨਮ ਲੈਂਦੇ ਹਨ। ਉਹਨਾਂ ਦੇ ਵਿੱਚੋਂ ਕਈ ਅਜਿਹੇ ਹੁੰਦੇ ਨੇ ਜਿਹੜੇ ਸਿਰਫ ਜੰਮਦੇ ਨੇ, ਆਪਣਾ ਜੀਵਨ ਭੋਗ ਕੇ ਮਰ ਜਾਂਦੇ ਨੇ, ਤੇ ਜੀਵਨ ਕਾਲ ਦੇ ਵਿੱਚ ਵੀ ਜੰਮਦੇ ਮਰਦੇ ਰਹਿੰਦੇ ਨੇ। ਤੇ ਇੱਕ ਅਜਿਹੇ ਭਾਗਾਂ ਵਾਲੇ ਹੁੰਦੇ ਨੇ ਜੋ ਪ੍ਰਮਾਤਮਾ ਦੇ ਰੰਗ ਦੇ ਵਿੱਚ, ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗੇ ਜਾਂਦੇ ਹਨ, ਪ੍ਰਮਾਤਮਾ ਦੀ ਯਾਦ ਦੇ ਵਿੱਚ ਜੁੜੇ ਰਹਿੰਦੇ ਹਨ। ਇੱਕ ਧਰਨ ਗਗਨ ਮਹਿ ਠੌਰ ਨਾ ਪਾਵੈ, ਜਿਹੜੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦੇ, ਉਹਨਾਂ ਨੂੰ ਧਰਤੀ ਤੇ ਆਕਾਸ਼ ਕਿਤੇ ਵੀ ਸ਼ਾਂਤੀ ਵਾਲੀ ਥਾਂ ਲੱਭਦੀ ਨਹੀਂ। ਕੋਈ ਅਜਿਹਾ ਟਿਕਾਣਾ ਉਹਨਾਂ ਨੂੰ ਨਹੀਂ ਮਿਲਦਾ ਜਿੱਥੇ ਕਿ ਉਹ ਸ਼ਾਂਤ ਰਹਿ ਸਕਣ। ਸੇ ਕਰਮਹੀਨ ਹਰ ਨਾਮ ਨਾ ਧਿਆਵੈ, ਉਹ ਅਭਾਗੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦੇ। ਪ੍ਰਮਾਤਮਾ ਦਾ ਨਾਮ ਨਾ ਸਿਮਰਨ ਦੇ ਕਰਕੇ ਪੂਰੀ ਸ੍ਰਿਸ਼ਟੀ ਦੇ ਵਿੱਚ ਕਿਤੇ ਵੀ ਉਹਨਾਂ ਨੂੰ ਸ਼ਾਂਤੀ ਵਾਲੀ ਥਾਂ ਨਹੀਂ ਮਿਲਦੀ। ਗੁਰ ਪੂਰੇ ਤੇ ਗਤ ਮਿਤ ਪਾਈ, ਪ੍ਰਮਾਤਮਾ ਦੇ ਵਿੱਚ ਜੁੜਨ ਦੀ ਜੋ ਅਕਲ ਹੈ ਤੇ ਉੱਚੀ ਆਤਮਿਕ ਅਵਸਥਾ, ਉੱਚੇ ਆਤਮਿਕ ਜੀਵਨ ਦੀ ਮਰਿਆਦਾ ਪੂਰੇ ਗੁਰੂ ਦੇ ਪਾਸੋਂ ਮਿਲਦੀ ਹੈ। ਇਹ ਸੰਸਾਰ ਬਿਖ ਵਤ ਅਤ ਭੌਜਲ, ਗੁਰ ਸ਼ਬਦੀ ਹਰ ਪਾਰ ਲੰਘਾਈ ਰਹਾਓ। ਇਹ ਜੋ ਸੰਸਾਰ ਹੈ ਇੱਕ ਬਹੁਤ ਹੀ ਵਿਹੁਲੀ ਘੁੰਮਣ ਘੇਰੀ ਹੈ। ਇਸ ਘੁੰਮਣ ਘੇਰੀ ਦੇ ਵਿੱਚੋਂ ਪ੍ਰਮਾਤਮਾ ਸਾਨੂੰ ਗੁਰੂ ਦੇ ਸ਼ਬਦਾਂ ਦੇ ਵਿੱਚ ਜੋੜ ਕੇ ਪਾਰ ਲੰਘਾਉਂਦਾ ਹੈ। ਗੁਰੂ ਦੇ ਸ਼ਬਦ ਅਜਿਹੀਆਂ ਸਿੱਖਿਆਵਾਂ ਹਨ, ਅਸੀਂ ਗੁਰਬਾਣੀ ਦੇ ਨਾਲ ਜੁੜੇ ਹੋਏ ਹਾਂ, ਇਹ ਗੱਲ ਮਹਿਸੂਸ ਕਰ ਸਕਦੇ ਹਾਂ ਕਿ ਗੁਰੂ ਦੇ ਸ਼ਬਦ ਅਜਿਹੀਆਂ ਸਿੱਖਿਆਵਾਂ ਹਨ ਜੋ ਸਾਡੇ ਜੀਵਨ ਨੂੰ ਅਤੀ ਸੁਖਾਲਾ ਬਣਾ ਦਿੰਦੀਆਂ ਨੇ। ਅਤੀ ਸੁਖਾਲਾ। ਜਿਨ ਕੋ ਆਪ ਲਏ ਪ੍ਰਭ ਮੇਲ, ਤਿਨ ਕੋ ਕਾਲ ਨਾ ਸਾਕੈ ਪੇਲ। ਪੇਲ ਤੋਂ ਭਾਵ ਪੀੜਾ, ਨਾ ਸਾਕੈ ਪੇਲ ਭਾਵ ਪੀੜਾ ਨਹੀਂ ਦੇ ਸਕਦਾ, ਡੇਗ ਨਹੀਂ ਸਕਦਾ। ਕਾਲ ਤੋਂ ਭਾਵ ਮੌਤ ਦਾ ਡਰ। ਜਿਨ੍ਹਾਂ ਨੂੰ ਪ੍ਰਮਾਤਮਾ ਆਪ ਆਪਣੇ ਨਾਲ ਮਿਲਾ ਲੈਂਦਾ ਹੈ, ਉਹਨਾਂ ਨੂੰ ਮੌਤ ਦਾ ਡਰ ਵੀ ਡੇਗ ਨਹੀਂ ਸਕਦਾ, ਗਿਰਾ ਨਹੀਂ ਸਕਦਾ, ਥਿਰਕਾ ਨਹੀਂ ਸਕਦਾ। ਸਿੱਖ ਇਤਿਹਾਸ ਅਜਿਹੀਆਂ ਉਦਾਹਰਨਾਂ ਦੇ ਨਾਲ ਭਰਪੂਰ ਹੈ। ਗੁਰੂ ਅਰਜਨ ਸਾਹਿਬ ਤੋਂ ਸ਼ੁਰੂਆਤ ਹੁੰਦੀ ਹੈ ਕੁਰਬਾਨੀਆਂ ਦੀ, ਤੇ ਮੇਰਾ ਖਿਆਲ ਹੈ ਕਿ ਅੰਤ ਤੇ ਅੱਜ ਤੱਕ ਵੀ ਨਹੀਂ ਹੋਇਆ। ਕੁਰਬਾਨੀਆਂ ਅੱਜ ਵੀ ਜਾਰੀ ਨੇ। ਜਿਹੜਾ ਵੀ ਸਿੱਖ ਆਪਣੇ ਧਰਮ ਦੀ ਖਾਤਰ ਕੁਰਬਾਨੀ ਦੇ ਜਾਂਦਾ ਹੈ, ਕੁਰਬਾਨੀ ਦੇਣ ਦੇ ਲਈ ਰਾਜ਼ੀ ਹੋ ਜਾਂਦਾ ਹੈ, ਉਹਦੇ ਅੰਦਰ ਮੌਤ ਦਾ ਡਰ ਨਹੀਂ ਹੁੰਦਾ। ਜੇ ਮੌਤ ਦਾ ਡਰ ਹੋਵੇ ਤੇ ਕੁਰਬਾਨੀ ਦੇ ਲਈ ਤਿਆਰ ਨਾ ਹੋਵੇ, ਮੌਤ ਦਾ ਡਰ ਉਹਦੇ ਅੰਦਰ ਨਹੀਂ ਹੁੰਦਾ, ਕਿਉਂਕਿ ਉਹਨੂੰ ਪ੍ਰਮਾਤਮਾ ਨੇ ਆਪ ਆਪਣੇ ਨਾਲ ਮਿਲਾਇਆ ਹੋਇਆ ਹੁੰਦਾ ਹੈ। ਜਿਨ ਕੋ ਆਪ ਲਏ ਪ੍ਰਭ ਮੇਲ, ਤਿਨ ਕੋ ਕਾਲ ਨਾ ਸਾਕੈ ਪੇਲ। ਗੁਰਮੁਖ ਨਿਰਮਲ ਰਹੈ ਪਿਆਰੇ, ਜਿਉ ਜਲ ਅੰਬ ਉੱਪਰ ਕਮਲ ਨਿਰਾਰੇ। ਜੋ ਗੁਰਮੁਖ ਹਨ, ਗੁਰੂ ਦੇ ਸਨਮੁਖ ਹੋ ਜਾਂਦੇ ਹਨ, ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ। ਜਿਵੇਂ ਜਲ ਦੇ ਵਿੱਚ ਰਹਿੰਦਿਆਂ ਹੋਇਆਂ ਜੋ ਕਮਲ ਦਾ ਫੁੱਲ ਹੈ, ਉਸ ਜਲ ਦੀ ਗੰਧ ਤੋਂ ਨਿਰਲੇਪ ਰਹਿੰਦਾ ਹੈ। ਕਮਲ ਦਾ ਫੁੱਲ ਅਕਸਰ ਚਿੱਕੜ ਦੇ ਵਿੱਚ ਖਿੜ ਜਾਂਦਾ ਹੈ, ਪਰ ਉਸ ਚਿੱਕੜ ਤੋਂ ਨਿਰਲੇਪ ਰਹਿੰਦਾ ਹੈ। ਜੋ ਗੁਰੂ ਦੇ ਸਨਮੁਖ ਹੋ ਜਾਂਦੇ ਨੇ, ਉਹ ਮਾਇਆ ਰੂਪੀ ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਇਸ ਮਾਇਆ ਦੇ ਪ੍ਰਭਾਵ ਤੋਂ ਨਿਰਮਲ ਰਹਿੰਦੇ ਹਨ, ਪਵਿੱਤਰ ਰਹਿੰਦੇ ਹਨ। ਬੁਰਾ ਭਲਾ ਕਹੋ ਕਿਸਨੂੰ ਕਹੀਐ, ਦੀਸੈ ਬ੍ਰਹਮ ਗੁਰਮੁਖ ਸੱਚ ਲਹੀਐ। ਗੁਰੂ ਜੀ ਕਹਿੰਦੇ ਬੇਸ਼ੱਕ ਅਜਿਹੇ ਮਨੁੱਖ ਹਨ ਜੋ ਜਨਮ ਲੈਂਦੇ ਨੇ ਤੇ ਮਰ ਜਾਂਦੇ ਨੇ, ਆਪਣੇ ਜੀਵਨ ਕਾਲ ਦੇ ਵਿੱਚ ਵੀ ਜੰਮਦੇ ਮਰਦੇ ਰਹਿੰਦੇ ਨੇ, ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦੇ। ਪਰ ਕਹਿੰਦੇ ਚੰਗਾ ਮਾੜਾ ਕਿਸ ਨੂੰ ਕਹੀਏ, ਨਾ ਕਿਸੇ ਨੂੰ ਮਾੜਾ ਤੇ ਨਾ ਕਿਸੇ ਨੂੰ ਚੰਗਾ ਕਿਹਾ ਜਾ ਸਕਦਾ, ਕਿਉਂਕਿ ਦੀਸੈ ਬ੍ਰਹਮ, ਹਰ ਇੱਕ ਦੇ ਵਿੱਚ ਹੀ ਉਹ ਪ੍ਰਮਾਤਮਾ ਵਸਦਾ ਹੋਇਆ ਨਜ਼ਰ ਆਉਂਦਾ ਹੈ। ਗੁਰਮੁਖ ਸੱਚ ਲਹੀਐ, ਉਸ ਪ੍ਰਮਾਤਮਾ ਦੀ ਜੋ ਪ੍ਰਾਪਤੀ ਹੈ ਉਹ ਗੁਰੂ ਦੇ ਸਨਮੁਖ ਹੋਇਆਂ ਹੁੰਦੀ ਹੈ। ਵਸਦਾ ਸਾਡੇ ਸਭਨਾਂ ਦੇ ਅੰਦਰ ਹੈ। ਅਸੀਂ ਉਸ ਅੰਦਰ ਵਸਦੇ ਹੋਏ ਨੂੰ ਪਛਾਣਨਾ ਹੈ ਜਾਂ ਨਹੀਂ, ਪਛਾਣ ਸਕਣਾ ਹੈ ਜਾਂ ਨਹੀਂ,
ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਗੁਰੂ ਦੇ ਸਨਮੁਖ ਹੋਏ ਹਾਂ ਜਾਂ ਨਹੀਂ। ਜੇ ਅਸੀਂ ਗੁਰੂ ਦੇ ਸਨਮੁਖ ਹੋਏ ਰਹੀਏ, ਗੁਰਬਾਣੀ ਦੇ ਲੜ ਲੱਗੇ ਰਹੀਏ, ਅਸੀਂ ਆਪਣੇ ਅੰਦਰ ਵਸਦੇ ਹੋਏ ਉਸ ਪਰਮਾਤਮਾ ਨੂੰ ਜ਼ਰੂਰ ਪਛਾਣ ਪਾਵਾਂਗੇ। ਅਕਥ ਕਥੋ ਗੁਰਮਤਿ ਵਿਚਾਰ, ਉਂਝ ਤੇ ਪਰਮਾਤਮਾ ਦੇ ਗੁਣਾਂ ਦਾ ਬਿਆਨ ਨਹੀਂ ਹੋ ਸਕਦਾ। ਉਹਦੀ ਕਥਾ ਜੋ ਹੈ ਉਹ ਅਕਥ ਹੈ, ਕਹੀ ਨਹੀਂ ਜਾ ਸਕਦੀ, ਪਰ ਗੁਰੂ ਦੀ ਮੱਤ 'ਤੇ ਚੱਲ ਕੇ ਉਹਦੇ ਕੁਝ ਕੁ ਗੁਣਾਂ ਦੀ ਵਿਚਾਰ ਅਸੀਂ ਕਰ ਸਕਦੇ ਹਾਂ। ਮਿਲ ਗੁਰ ਸੰਗਤ ਪਾਵੋ ਪਾਰ, ਇਹ ਜੋ ਘੁੰਮਣ ਘੇਰੀ ਰੂਪ ਸੰਸਾਰ ਹੈ, ਗੁਰੂ ਦੀ ਸੰਗਤ ਦੇ ਵਿੱਚ ਮਿਲਿਆ ਇਹਦੇ ਤੋਂ ਪਾਰ ਲੱਗਿਆ ਜਾ ਸਕਦਾ ਹੈ। ਸ਼ਾਸਤ ਵੇਦ ਸਿਮਰਤ ਬਹੁ ਭੇਦ, 68 ਮਜਨ ਹਰ ਰਸ ਰੇਦ। ਹਰ ਰਸ ਰੇਦ ਤੋਂ ਭਾਵ ਆਪਣੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਰਸ ਨੂੰ ਵਸਾ ਲੈਣਾ। ਜੇ ਅਸੀਂ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਆਨੰਦ ਮਾਣ ਲਈਏ, ਇਹੀ ਹੈ, ਗੁਰੂ ਜੀ ਕਹਿੰਦੇ ਇਹੀ ਹੈ ਸ਼ਾਸਤ ਵੇਦ ਸਿਮਰਤ ਬਹੁ ਭੇਦ। ਵੇਦਾਂ ਸ਼ਾਸਤਰਾਂ ਸਮਿਰਥੀਆਂ ਦੇ ਵੱਖ-ਵੱਖ ਵਿਚਾਰ ਨੇ, ਉਹਨਾਂ ਦਾ ਭੇਦ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਮੰਨਣਾ ਹੀ ਹੈ। ਉਹਦੇ 'ਚੋਂ ਹੀ ਸਾਨੂੰ ਉਹ ਸਭ ਕੁਝ ਹਾਸਲ ਹੋ ਜਾਣਾ ਜੋ ਇਹਨਾਂ ਸ਼ਾਸਤਰਾਂ 'ਚੋਂ ਹੋਣਾ ਹੈ। 68 ਮਜਨ ਤੇ 68 ਤੀਰਥਾਂ ਦੇ ਇਸ਼ਨਾਨ 'ਚੋਂ ਜੋ ਮਨੁੱਖ ਨੂੰ ਹਾਸਲ ਹੋਣਾ ਹੈ, ਪਰਮਾਤਮਾ ਦੇ ਨਾਮ 'ਚੋਂ ਹੀ ਹੋ ਜਾਂਦਾ ਹੈ। ਗੁਰਮੁਖ ਨਿਰਮਲ ਮੈਲ ਨਾ ਲਾਗੈ, ਨਾਨਕ ਹਿਰਦੈ ਨਾਮ ਵੱਡੇ ਧੁਰ ਭਾਗੈ। ਜੋ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਦਾ ਜੀਵਨ ਪਵਿੱਤਰ ਰਹਿੰਦਾ ਹੈ, ਵਿਕਾਰਾਂ ਦੀ ਮੈਲ ਉਹਨਾਂ 'ਤੇ ਨਹੀਂ ਲੱਗਦੀ। ਪਰ ਇਹ ਨਾਨਕ, ਧੁਰੋਂ ਪਰਮਾਤਮਾ ਵੱਲੋਂ ਹੀ ਮਿਹਰ ਹੋਵੇ ਤਾਂ ਹੀ ਨਾਮ ਹਿਰਦੇ ਦੇ ਵਿੱਚ ਵਸਦਾ ਹੈ। ਕੋਈ ਮਿੱਥ ਕੇ ਸੋਚ ਕੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਨਹੀਂ ਵਸਾ ਸਕਦਾ। ਗੁਰੂ ਦੇ ਸਨਮੁਖ ਜਾਣ ਦੀ ਪਹਿਲੀ ਜੋ ਚਿੰਨ੍ਹ ਹੈ, ਉਹ ਸਾਡੇ ਹਿਰਦੇ ਵਿੱਚ ਤਾਂ ਹੀ ਲੱਗਦੀ ਹੈ ਜੇ ਪਰਮਾਤਮਾ ਦੀ ਸਾਡੇ 'ਤੇ ਮਿਹਰ ਹੋਵੇ। ਮਿਹਰ ਨਾ ਹੋਵੇ ਤੇ ਅਸੀਂ ਮਾਇਆ ਰੂਪੀ ਸੰਸਾਰ ਦੇ ਵਿੱਚ ਹੀ ਖੁੱਬੇ ਰਹਿੰਦੇ ਹਾਂ, ਗੁਰੂ ਵੱਲ ਜਾਣ ਦਾ ਖਿਆਲ ਹੀ ਨਹੀਂ ਕਰਦੇ। ਆਸਾ ਮਹਿਲਾ ਪਹਿਲਾ, ਨਿਵ ਨਿਵ ਪਾਏ ਲੱਗੋ ਗੁਰ ਆਪਣੇ, ਆਤਮ ਰਾਮ ਨਿਹਾਰਿਆ। ਕਰਤ ਵਿਚਾਰ ਹਿਰਦੈ ਹਰ ਰਵਿਆ, ਹਿਰਦੈ ਦੇਖ ਵਿਚਾਰਿਆ। ਗੁਰੂ ਜੀ ਕਹਿੰਦੇ, ਮੈਂ ਮੁੜ ਮੁੜ ਆਪਣੇ ਗੁਰੂ ਦੇ ਚਰਨੀ ਲੱਗਦਾ ਹਾਂ। ਨਿਵ ਨਿਵ ਪਾਏ ਲੱਗੋ ਗੁਰ ਆਪਣੇ, ਆਤਮ ਰਾਮ ਨਿਹਾਰਿਆ। ਗੁਰੂ ਦੀ ਕਿਰਪਾ ਦੇ ਨਾਲ ਮੈਂ ਆਪਣੇ ਅੰਦਰ ਵਸਦੇ ਹੋਏ ਰਾਮ ਨੂੰ ਵੇਖ ਲਿਆ ਹੈ। ਕਰਤ ਵਿਚਾਰ ਹਿਰਦੈ ਹਰ ਰਵਿਆ। ਗੁਰੂ ਦੀ ਸਹਾਇਤਾ ਦੇ ਨਾਲ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰਕੇ ਮੈਂ ਉਸ ਨੂੰ ਆਪਣੇ ਹਿਰਦੇ ਵਿੱਚ ਸਿਮਰ ਰਿਹਾ ਹਾਂ। ਹਿਰਦੇ ਵਿੱਚ ਮੈਂ ਉਸ ਦਾ ਦੀਦਾਰ ਕਰ ਰਿਹਾ ਹਾਂ, ਉਸ ਦੀਆਂ ਸਿਫਤਾਂ ਨੂੰ ਵਿਚਾਰ ਰਿਹਾ ਹਾਂ। ਬੋਲੋ ਰਾਮ ਕਰੇ ਨਿਸਤਾਰਾ। ਇਹ ਭਾਈ, ਪਰਮਾਤਮਾ ਦਾ ਨਾਮ ਸਿਮਰੋ। ਜੋ ਸਿਮਰਨ ਹੈ ਸੰਸਾਰ ਸਮੁੰਦਰ ਤੋਂ ਸਾਨੂੰ ਪਾਰ ਲੰਘਾ ਲੈਂਦਾ ਹੈ, ਸਾਡਾ ਨਿਸਤਾਰਾ ਕਰ ਦਿੰਦਾ ਹੈ। ਗੁਰ ਪ੍ਰਸਾਦ ਰਤਨ ਹਰ ਲਾਭੈ, ਮਿਟੈ ਅਗਿਆਨ ਹੋਏ ਉਜਿਆਰਾ। ਰਹਾਉ, ਗੁਰੂ ਦੀ ਕਿਰਪਾ ਦੇ ਨਾਲ ਜਦੋਂ ਕੀਮਤੀ ਹਰੀ ਨਾਮ ਲੱਭ ਪੈਂਦਾ ਹੈ ਤਾਂ ਸਾਡੇ ਹਿਰਦੇ ਦੇ ਵਿੱਚ ਗਿਆਨ ਦਾ ਚਾਨਣ ਹੋ ਜਾਂਦਾ ਹੈ, ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਰਵਨੀ ਰਵੈ ਬੰਧਨ ਨਹੀਂ ਟੂਟੈ, ਵਿੱਚ ਹਉਮੈ ਭਰਮ ਨਾ ਜਾਈ। ਰਵਨੀ ਰਵੈ ਤੋਂ ਭਾਵ ਨਿਰਾ ਜਵਾਨੀ ਹੀ ਗੱਲਾਂ ਕਰਨੀਆਂ, ਗਿਆਨ ਦੀਆਂ ਗੱਲਾਂ, ਪਰ ਅੰਦਰ ਪਰਮਾਤਮਾ ਦਾ ਨਾਮ ਨਾ ਸਿਮਰਨ। ਗੁਰੂ ਜੀ ਕਹਿੰਦੇ, ਰਵਨੀ ਰਵੈ ਬੰਧਨ ਨਹੀਂ ਟੂਟੈ। ਜੋ ਮਨੁੱਖ ਸਿਮਰਨ ਤਾਂ ਨਹੀਂ ਕਰਦਾ ਪਰ ਨਿਰੀਆਂ ਜਵਾਨੀ ਬ੍ਰਹਮ ਗਿਆਨ ਦੀਆਂ ਗੱਲਾਂ ਕਰਦਾ ਹੈ, ਉਸ ਦੇ ਮਾਇਆ ਵਾਲੇ ਬੰਧਨ ਕਦੇ ਵੀ ਟੁੱਟਦੇ ਨਹੀਂ ਹਨ। ਵਿੱਚ ਹਉਮੈ ਭਰਮ ਨਾ ਜਾਈ। ਉਹ ਹਉਮੈ ਵਿੱਚ ਹੀ ਫਸਿਆ ਰਹਿੰਦਾ ਹੈ ਕਿ ਮੈਂ ਵੱਡਾ ਬਣ ਜਾਵਾਂ, ਮੈਂ ਹੋਰ ਗਿਆਨ ਹਾਸਲ ਕਰ ਲਵਾਂ, ਫਿਰ ਮੈਂ ਉਹ ਗਿਆਨ ਦੂਜਿਆਂ ਨੂੰ ਵੰਡਾਂ ਤੇ ਮੇਰੀ ਹਉਮੈ ਨੂੰ ਹੋਰ ਬਲ ਮਿਲੇ। ਹਉਮੈ ਦੇ ਵਿੱਚ ਰਹਿੰਦਾ ਹੈ ਉਹ ਇਨਸਾਨ ਤੇ ਉਹਦੇ ਮਨ ਦੀ ਭਟਕਣਾ ਕਦੇ ਦੂਰ ਨਹੀਂ ਹੁੰਦੀ। ਹੋ ਵੀ ਕਿਵੇਂ ਸਕਦੀ ਹੈ? ਪਹਿਲੀ ਗੱਲ ਤੇ ਉਹਨੂੰ ਸਦਾ ਇਹ ਲੱਗਿਆ ਰਹੇਗਾ ਕਿ ਮੈਂ ਆਪਣੇ ਆਸ-ਪਾਸ ਵਾਲਿਆਂ ਨਾਲੋਂ ਵੱਧ ਗਿਆਨੀ ਹੋਵਾਂ। ਜੇ ਉਹਦੇ ਸਾਹਮਣੇ ਕੋਈ ਉਹਦੇ ਨਾਲੋਂ
ਜ਼ਿਆਦਾ ਗਿਆਨ ਰੱਖਣ ਵਾਲਾ ਆ ਜਾਵੇ ਤੇ ਉਹਦੀ ਹਉਮੈ ਉਹਨੂੰ ਅੰਦਰੇ ਅੰਦਰ ਸਾੜ ਕੇ ਕੋਲਾ ਕਰ ਦੇਵੇਗੀ। ਉਹਦਾ ਮਨ ਇੱਕ ਅਜਿਹੀ ਘੁੰਮਣ ਕੇਰੀ, ਅਜਿਹੀ ਭਟਕਣਾ ਦੇ ਵਿੱਚ ਪੈ ਜਾਏਗਾ ਜੋ ਉਹਨੂੰ ਬਹੁਤ ਤੰਗ ਕਰੇਗੀ। ਜੋ ਨਿਰੀਆਂ ਜਵਾਨੀ ਗਿਆਨ ਦੀਆਂ ਗੱਲਾਂ ਕਰਦਾ, ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹਦੇ ਮਾਇਆ ਦੇ ਬੰਧਨ ਵੀ ਨਹੀਂ ਟੁੱਟਦੇ, ਉਹਦੇ ਅੰਦਰੋਂ ਹਉਮੈ ਵੀ ਨਹੀਂ ਜਾਂਦੀ। ਹਉਮੈ ਨਹੀਂ ਜਾਂਦੀ ਤੇ ਭਟਕਣਾ ਵੀ ਦੂਰ ਨਹੀਂ ਹੋ ਸਕਦੀ। ਸਤਿਗੁਰ ਮਿਲੈ ਤਾਂ ਹਉਮੈ ਟੁੱਟੈ, ਤਾਕੋ ਲੇਖੈ ਪਾਈ। ਜਦੋਂ ਪੂਰਾ ਗੁਰੂ ਮਿਲੇ ਤਦੋਂ ਹੀ ਹਉਮੈ ਟੁੱਟਦੀ ਹੈ, ਤਦੋਂ ਹੀ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੁੰਦਾ ਹੈ। ਅਸੀਂ ਧੰਨਵਾਦੀ ਹਾਂ ਸਾਰੇ ਗੁਰੂ ਸਾਹਿਬਾਨਾਂ ਦੇ, ਭਗਤ ਜਨਾਂ ਦੇ, ਜਿਨ੍ਹਾਂ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਗੁਰਬਾਣੀ ਦਾ ਇਹ ਖਜ਼ਾਨਾ ਬਖਸ਼ਿਆ ਜੋ ਸੰਪੂਰਨ ਗੁਰੂ ਹੈ, ਜਿਹਦੇ ਵਿੱਚ ਕੋਈ ਵੀ ਕਮੀ ਨਹੀਂ, ਜਿਹਦੇ ਤੇ ਕਦੇ ਵੀ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ, ਕਦੇ ਹਉਮੈ ਜਿਹਦੇ ਵਿੱਚ ਨਹੀਂ ਆ ਸਕਦੀ। ਤੇ ਉਸ ਤੋਂ ਵੀ ਜ਼ਿਆਦਾ ਧੰਨਵਾਦੀ ਅਸੀਂ ਪ੍ਰਮਾਤਮਾ ਦੇ ਹਾਂ, ਜਿਨ੍ਹਾਂ ਨੇ ਸਾਡੇ ਭਾਗ ਜਗਾਏ, ਸਾਨੂੰ ਗੁਰਬਾਣੀ ਦੇ ਲੜ ਲਾਇਆ। ਇਹ ਗੁਰੂ, ਇਹ ਸਤਿਗੁਰੂ ਸਾਨੂੰ ਮਿਲਿਆ ਤਾਂ ਸਾਡੇ ਅੰਦਰੋਂ ਹਉਮੈ ਖਤਮ ਹੋਈ ਹੈ। ਤੇ ਯਕੀਨ ਮੰਨਿਓ, ਹਉਮੈ ਨੂੰ ਅੰਦਰੋਂ ਮੁਕਾ ਲੈਣਾ ਇੱਕ ਅਜਿਹਾ ਸਕੂਨ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ, ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਅਸੀਂ ਕੀਤਾ ਹੈ ਤੇ ਸਾਨੂੰ ਯਕੀਨ ਹੈ ਤੁਸੀਂ ਵੀ ਜ਼ਰੂਰ ਕੀਤਾ ਹੋਵੇਗਾ। ਝਾਤੀ ਮਾਰਿਓ ਆਪਣੇ ਉਸ ਜੀਵਨ ਤੇ ਜਦੋਂ ਤੁਸੀਂ ਗੁਰਬਾਣੀ ਤੋਂ ਦੂਰ ਸੀ, ਤੇ ਝਾਤੀ ਮਾਰਿਓ ਅੱਜ ਦੇ ਜੀਵਨ ਤੇ ਜਦੋਂ ਤੁਸੀਂ ਗੁਰਬਾਣੀ ਦੇ ਲੜ ਲੱਗੇ ਹੋਏ। ਤੁਹਾਨੂੰ ਫਰਕ ਪ੍ਰਤੱਖ ਨਜ਼ਰ ਆ ਜਾਏਗਾ। ਹਰ ਹਰ ਨਾਮ ਭਗਤ ਪ੍ਰਿਯ ਪ੍ਰੀਤਮ, ਸੁਖ ਸਾਗਰ ਔਰ ਧਾਰੇ। ਜਿਹੜਾ ਮਨੁੱਖ ਹਰ ਹਰ ਨਾਮ ਜਾਣੀ ਹਰੀ ਦਾ ਨਾਮ ਸਿਮਰਦਾ ਹੈ, ਭਗਤ ਪ੍ਰਿਯ ਪ੍ਰੀਤਮ ਜਾਣੀ ਉਸ ਪਿਆਰੇ ਪ੍ਰੀਤਮ ਦੀ ਭਗਤੀ ਕਰਦਾ ਹੈ, ਸੁਖ ਸਾਗਰ ਸੁੱਖਾਂ ਦੇ ਸਮੁੰਦਰ ਪ੍ਰੀਤਮ ਨੂੰ ਉਰ ਧਾਰੇ ਆਪਣੇ ਹਿਰਦੇ ਦੇ ਵਿੱਚ ਵਸਾਉਂਦਾ ਹੈ। ਭਗਤ ਵਸ਼ਲ ਜਗ ਜੀਵਨ ਦਾਤਾ, ਮਤ ਗੁਰਮਤ ਹਰ ਨਿਸਤਾਰੇ। ਭਗਤ ਵਸ਼ਲ ਭਗਤੀ ਨੂੰ ਪਿਆਰ ਕਰਨ ਵਾਲਾ, ਜਗ ਜੀਵਨ ਦਾਤਾ ਜਗਤ ਦੀ ਜ਼ਿੰਦਗੀ ਦਾ ਆਸਰਾ ਪ੍ਰਭੂ, ਮਤ ਗੁਰਮਤ ਪ੍ਰਭੂ ਜੋ ਸ੍ਰੇਸ਼ਟ ਮਤ ਦੇਣ ਵਾਲਾ ਹੈ। ਸੋ ਇਹਨਾਂ ਤਿੰਨ ਸ਼ਬਦਾਂ ਦੇ ਰਾਹੀਂ ਉਸ ਪ੍ਰਮਾਤਮਾ ਨੂੰ ਸੰਬੋਧਨ ਕੀਤਾ ਗਿਆ, ਭਗਤ ਵਿਸ਼ਲ ਜਗ ਜੀਵਨ ਦਾਤਾ ਮਤ। ਸੋ ਜੋ ਮਨੁੱਖ ਪ੍ਰਮਾਤਮਾ ਦੀ ਭਗਤੀ ਨੂੰ ਪਿਆਰ ਕਰਦਾ ਹੈ, ਪਿਆਰੇ ਦੀ ਭਗਤੀ ਕਰਦਾ ਹੈ, ਸੁੱਖਾਂ ਦੇ ਸਮੁੰਦਰ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਹਰੀ ਦਾ ਨਾਮ ਸਿਮਰਦਾ ਹੈ, ਉਹ ਪ੍ਰਮਾਤਮਾ ਗੁਰੂ ਦੇ ਉਪਦੇਸ਼ ਦੀ ਬਰਕਤ ਦੇ ਨਾਲ ਉਹਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਮਨ ਸਿਓ ਜੂਝ ਮਰੈ ਪ੍ਰਭ ਪਾਏ, ਮਨਸਾ ਮਨੈ ਸਮਾਏ। ਫਿਰ ਉਹ ਮਨੁੱਖ ਆਪਣੇ ਮਨ ਦੇ ਨਾਲ ਯੁੱਧ ਕਰਦਾ ਹੈ। ਉਸ ਯੁੱਧ ਦੇ ਵਿੱਚ ਜੂਝ ਕੇ ਆਪਣੇ ਆਪੇ ਭਾਵ ਨੂੰ ਮਾਰ ਲੈਂਦਾ ਹੈ। ਮਨ ਦੇ ਜੋ ਫੁਰਨੇ ਨੇ ਉਹਨਾਂ ਨੂੰ ਮਨ ਦੇ ਵਿੱਚ ਹੀ ਉਸ ਪ੍ਰਮਾਤਮਾ ਦੀ ਯਾਦ ਦੇ ਵਿੱਚ ਲੀਨ ਕਰ ਲੈਂਦਾ ਹੈ, ਤਾਂ ਕਿਤੇ ਜਾ ਕੇ ਉਹ ਪ੍ਰਭੂ ਨੂੰ ਲੱਭਦਾ ਹੈ। ਨਾਨਕ ਕਿਰਪਾ ਕਰੇ ਜਗ ਜੀਵਨ, ਸਹਿਜ ਭਾਏ ਲਿਵ ਲਾਏ। ਹੈ ਨਾਨਕ, ਜਗਤ ਦਾ ਜੀਵਨ ਪ੍ਰਭੂ ਜਿਸ ਮਨੁੱਖ ਉੱਤੇ ਮਿਹਰ ਕਰਦਾ ਹੈ, ਉਹ ਅਡੋਲ ਚਿੱਤ ਰਹਿ ਕੇ ਪ੍ਰਭੂ ਚਰਨਾਂ ਦੇ ਵਿੱਚ ਜੁੜਿਆ ਰਹਿੰਦਾ ਹੈ। ਪ੍ਰਮਾਤਮਾ ਦੀ ਸਾਡੇ ਤੇ ਮਿਹਰ ਹੋਣੀ ਬਹੁਤ ਜ਼ਰੂਰੀ ਹੈ, ਤਾਂ ਹੀ ਅਸੀਂ ਗੁਰੂ ਦੇ ਲੜ ਲੱਗ ਸਕਦੇ ਹਾਂ। ਆਸਾ ਮਹਿਲਾ ਪਹਿਲਾ। ਕਿਸ ਕੋ ਕਹੈ ਸੁਣਾਵੈ ਕਿਸ ਕੋ, ਕਿਸ ਸਮਝਾਵੈ ਸਮਝ ਰਹੇ। ਕਿਸੈ ਪੜ੍ਹਾਵੈ ਪੜ੍ਹ ਗੁਣ ਬੂਝੈ, ਸਤਿਗੁਰ ਸ਼ਬਦ ਸੰਤੋਖ ਰਹੀ। ਇਹਨਾਂ ਦੋਨਾਂ ਪੰਕਤੀਆਂ ਦੇ ਵਿੱਚ ਜੋ ਸ਼ਬਦ ਆਇਆ ਸਮਝ ਰਹੀ, ਭਾਵ ਕਿ ਜੋ ਗਿਆਨਵਾਨ ਹੋ ਗਏ, ਜਿਨ੍ਹਾਂ ਨੇ ਉਸ ਪ੍ਰਮਾਤਮਾ ਦੀ ਰਮਜ ਨੂੰ ਸਮਝ ਲਿਆ, ਪ੍ਰਮਾਤਮਾ ਦੇ ਨਾਲ ਸਾਂਝ ਪਾ ਲਈ। ਕਿਸ ਕੋ ਕਹੈ ਸੁਣਾਵੈ ਕਿਸ ਕੋ, ਕਿਸ ਸਮਝਾਵੈ, ਕਿ ਉਹ ਕਿਹਨੂੰ ਕੁਝ ਕਹਿਣ, ਕਿਹਨੂੰ ਕੁਝ ਸੁਣਾਉਣ, ਕਿਹਨੂੰ ਕੁਝ ਸਮਝਾਉਣ। ਭਾਵ ਕਿ ਉਹ ਨਾ ਕਿਸੇ ਨੂੰ ਕੁਝ ਕਹਿੰਦੇ ਨੇ, ਨਾ ਸੁਣਾਉਂਦੇ ਨੇ, ਨਾ ਸਮਝਾਉਂਦੇ ਨੇ। ਕੀ ਨਹੀਂ ਕਹਿੰਦੇ, ਕੀ ਨਹੀਂ ਸੁਣਾਉਂਦੇ, ਕੀ ਨਹੀਂ ਸਮਝਾਉਂਦੇ, ਕਿ ਉਹ ਗਿਆਨਵਾਨ ਹੋ ਗਏ। ਇਸ ਗੱਲ ਦਾ ਢੰਡੋਰਾ ਨਹੀਂ ਪਿੱਟਦੇ। ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜੋ ਸਮਝ ਰਹੇ, ਜੋ ਗਿਆਨਵਾਨ ਹੋ ਗਏ, ਅਸਲ ਦੇ ਵਿੱਚ ਜੋ ਗਿਆਨਵਾਨ ਹੋ ਗਏ, ਉਹ ਇਸ ਗੱਲ ਦਾ ਢੰਡੋਰਾ ਨਹੀਂ ਪਿੱਟਦੇ ਕਿ ਉਹ ਗਿਆਨਵਾਨ ਹੋ ਗਏ,
ਕਿਸੈ ਪੜ੍ਹਾਵੈ ਪੜ੍ਹ ਗੁਣ ਬੂਝੈ, ਸਤਿਗੁਰ ਸ਼ਬਦ ਸੰਤੋਖ ਰਹੇ। ਪੜ੍ਹ ਗੁਣ ਬੂਝੇ ਤੋਂ ਫਿਰ ਉਹੀ ਕਿ ਜੋ ਮਨੁੱਖ ਪੜ੍ਹ ਕੇ ਪਰਮਾਤਮਾ ਦੀਆਂ ਸਿਫਤਾਂ ਨੂੰ ਪੜ੍ਹ ਕੇ ਵਿਚਾਰ ਕੇ ਜੀਵਨ ਭੇਤ ਨੂੰ ਸਮਝ ਲੈਂਦੇ ਹਨ, ਉਹ ਆਪਣੀ ਵਿੱਦਿਆ ਦਾ ਦਿਖਾਵਾ ਨਹੀਂ ਕਰਦੇ। ਉਹ ਤੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹੋਸ਼ਾਪਣ ਤਿਆਗ ਕੇ ਸੰਤੋਖ ਦੇ ਵਿੱਚ ਜੀਵਨ ਬਤੀਤ ਕਰਦੇ ਹਨ। ਐਸਾ ਗੁਰਮਤਿ ਰਮਤ ਸਰੀਰਾ, ਹਰ ਭਜ ਮੇਰੇ ਮਨ ਗਹਿਰ ਗੰਭੀਰਾ। ਰਹਾਓ, ਹੇ ਮੇਰੇ ਮਨ, ਗੁਰੂ ਦੀ ਮੱਤ ਤੇ ਤੁਰ ਕੇ ਉਸ ਅਥਾਹ ਤੇ ਵੱਡੇ ਜਿਗਰ ਵਾਲੇ ਹਰੀ ਦਾ ਭਜਨ ਕਰ, ਜੋ ਰਮਤ ਸਰੀਰਾ, ਜੋ ਸਾਰੇ ਹੀ ਸਰੀਰਾਂ ਦੇ ਵਿੱਚ ਵਿਆਪਕ ਹੈ। ਅਨੰਤ ਤਰੰਗ ਭਗਤ ਹਰ ਰੰਗਾ, ਅਨ ਦਿਨ ਸੂਚੇ ਹਰ ਗੁਣ ਸੰਗਾ। ਜਿਨ੍ਹਾਂ ਨੇ ਪ੍ਰਮਾਤਮਾ ਦੇ ਗੁਣਾਂ ਦੇ ਨਾਲ ਸੰਗ ਕਰ ਲਿਆ, ਪ੍ਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਆਪਣਾ ਸਾਥ ਬਣਾ ਲਿਆ, ਅਨ ਦਿਨ ਸੂਚੇ, ਉਹ ਹਰ ਰੋਜ਼ ਹੀ ਪਵਿੱਤਰ ਰਹਿੰਦੇ ਹਨ। ਅਨੰਤ ਤਰੰਗ ਭਗਤ ਹਰ ਰੰਗਾ, ਉਹਨਾਂ ਦੇ ਅੰਦਰ ਪ੍ਰਭੂ ਦੇ ਪਿਆਰ ਦੀਆਂ, ਪ੍ਰਭੂ ਦੀ ਭਗਤੀ ਦੀਆਂ ਅਨੇਕਾਂ ਲਹਿਰਾਂ ਉੱਠਦੀਆਂ ਰਹਿੰਦੀਆਂ ਹਨ। ਮਿਥਿਆ ਜਨਮ ਸਾਕਤ ਸੰਸਾਰਾ, RAM ਭਗਤ ਜਨ ਰਹਿ ਨਿਰਾਰਾ। ਮਾਇਆ ਵਿਹੜੇ ਜੋ ਸਾਕਤ ਹੈ, ਸੰਸਾਰੀ ਜੀਵ ਹੈ, ਉਹਦਾ ਜੀਵਨ ਵਿਅਰਥ ਚਲਾ ਜਾਂਦਾ ਹੈ। ਜੋ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ, ਉਹ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਨਿਰਾਰਾ ਰਹਿੰਦਾ ਹੈ। ਸੂਚੀ ਕਾਇਆ ਹਰ ਗੁਣ ਗਾਇਆ, ਆਤਮ ਚੀਨ ਰਹਿ ਲਿਵ ਲਾਇਆ। ਜੋ ਮਨੁੱਖ ਹਰੀ ਦੇ ਗੁਣ ਗਾਉਂਦਾ ਹੈ, ਉਸ ਦਾ ਜੋ ਸਰੀਰ ਹੈ, ਕਾਇਆ ਹੈ, ਉਹ ਸੁੱਚਾ ਰਹਿੰਦਾ ਹੈ, ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਪਵਿੱਤਰ ਰਹਿੰਦਾ ਹੈ। ਆਤਮ ਚੀਨ, ਜਿਸ ਨੇ ਆਪਣੇ ਆਪ ਨੂੰ ਪਛਾਣ ਲਿਆ, ਰਹਿ ਲਿਵ ਲਾਇਆ, ਫਿਰ ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਸੁਰਤ ਜੋੜੀ ਰੱਖਦਾ ਹੈ। ਆਦ ਅਪਾਰ ਅਪਰੰਪਰ ਹੀਰਾ, ਉਹ ਪਰਮਾਤਮਾ ਜੋ ਆਦ ਹੈ, ਜਾਣੀ ਸਾਰੇ ਜਗਤ ਦਾ ਮੁੱਢ ਹੈ। ਅਪਾਰ ਜਾਣੀ ਬੇਅੰਤ ਹੈ। ਅਪਰੰਪਾਰ ਜੋ ਪਰੇ ਤੋਂ ਪਰੇ ਹੈ, ਤੇ ਹੀਰਾ ਜੋ ਅਮੋਲਕ ਹੀਰੇ ਸਮਾਨ ਹੈ। ਚਾਰਾਂ ਹੀ ਸ਼ਬਦਾਂ ਦੇ ਨਾਲ ਆਦ ਅਪਾਰ ਅਪਰੰਪਰ ਹੀਰਾ, ਇਹਨਾਂ ਚਾਰ ਸ਼ਬਦਾਂ ਦੇ ਨਾਲ ਉਸ ਪਰਮਾਤਮਾ ਨੂੰ ਸੰਬੋਧਨ ਕਰਕੇ ਗੁਰੂ ਜੀ ਕਹਿੰਦੇ ਨੇ, ਲਾਲ ਰੱਤਾ ਮੇਰਾ ਮਨ ਧੀਰਾ। ਪਹਿਲੀਆਂ ਦੋ ਪੰਕਤੀਆਂ ਦੇ ਵਿੱਚ ਜਿਸ ਮਨੁੱਖ ਦੀ ਗੱਲ ਹੋਈ ਸੀ ਕਿ ਜਿਸ ਨੇ ਹਰ ਗੁਣ ਗਾਇਆ ਜਾਂ ਆਤਮ ਚੀਨ, ਕਿ ਜਿਹਨੇ ਆਪਣੇ ਆਪ ਨੂੰ ਪਛਾਣਿਆ, ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਆਪਣਾ ਸਾਥ ਬਣਾਇਆ, ਉਹ ਮਨੁੱਖ ਲਾਲ ਰੱਤਾ ਮੇਰਾ ਮਨ ਧੀਰਾ। ਇੱਥੇ ਮੇਰਾ ਮਨ ਤੋਂ ਭਾਵ ਹੈ ਉਹ ਮਨ ਜੋ ਮੇਰਾ ਮੇਰਾ ਕਰਦਾ ਸੀ। ਉਹਦਾ ਉਹ ਮਨ ਜੋ ਮੇਰਾ ਮੇਰਾ ਕਰਦਾ ਸੀ, ਪਰਮਾਤਮਾ ਦੇ ਨਾਲ ਸਾਂਝ ਬਣਾਉਣ ਕਰਕੇ ਲਾਲ ਸਮਾਨ ਅਮੋਲਕ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਗਿਆ ਤੇ ਠਰਮੇ ਵਾਲਾ ਹੋ ਗਿਆ, ਧੀਰਜ ਆ ਗਿਆ। ਕਥਨੀ ਕਹੈ ਕਹੈ ਸੇ ਮੂਏ, ਜੋ ਮਨੁੱਖ ਸਿਰਫ ਜਵਾਨੀ ਜਵਾਨੀ ਹੀ ਗਿਆਨ ਦੀਆਂ ਗੱਲਾਂ ਕਰਦੇ ਨੇ, ਉਹ ਅਸਲ ਦੇ ਵਿੱਚ ਮਰੇ ਹੋਏ ਨੇ, ਆਤਮਕ ਮੌਤੇ ਮਰੇ ਹੋਏ ਨੇ। ਸੋ ਪ੍ਰਭ ਦੂਰ ਨਾਹੀਂ, ਪ੍ਰਭ ਤੂੰ ਹੈ। ਉਹ ਪਰਮਾਤਮਾ ਸਾਡੇ ਤੋਂ ਦੂਰ ਨਹੀਂ ਹੈ, ਉਹ ਤੇ ਸਾਡੇ ਅਤੀ ਨੇੜੇ ਹੈ। ਸਭ ਜਗ ਦੇਖਿਆ ਮਾਇਆ ਛਾਇਆ, ਨਾਨਕ ਗੁਰਮਤਿ ਨਾਮ ਧਿਆਇਆ। ਪਰ ਪਰਮਾਤਮਾ ਨੇੜੇ ਸਿਰਫ ਉਹਨਾਂ ਨੂੰ ਹੀ ਦਿਸਦਾ ਹੈ ਜਿਨ੍ਹਾਂ ਨੇ ਗੁਰੂ ਦੀ ਮੱਤ ਦੇ ਉੱਤੇ ਚੱਲ ਕੇ, ਗੁਰੂ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਉਸ ਪਰਮਾਤਮਾ ਦਾ ਨਾਮ ਧਿਆਇਆ ਹੈ। ਨਹੀਂ ਤਾਂ ਸਭ ਜਗ ਦੇਖਿਆ ਮਾਇਆ ਛਾਇਆ। ਗੁਰੂ ਜੀ ਕਹਿੰਦੇ, ਮੈਂ ਸਾਰਾ ਜਗਤ ਮਾਇਆ ਦੇ ਪਸਾਰੇ ਦੇ ਵਿੱਚ ਲਿਪਟਿਆ ਹੋਇਆ ਦੇਖਿਆ ਹੈ, ਮਾਇਆ ਦੇ ਪਰਛਾਵੇਂ ਹੇਠ ਦੇਖਿਆ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 353ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੀ ਸ਼ੁਰੂਆਤ ਹੁੰਦੀ ਹੈ ਇਸ ਗੱਲ ਤੋਂ ਕਿ ਇੱਕ ਅਜਿਹੇ ਜੀਵ ਨੇ ਜੋ ਇੱਥੇ ਆਉਂਦੇ ਨੇ ਤੇ ਇੱਥੋਂ ਚਲੇ ਜਾਂਦੇ ਨੇ, ਆਪਣੇ ਜੀਵਨ ਕਾਲ ਦੇ ਦੌਰਾਨ ਵੀ ਜੰਮਦੇ ਮਰਦੇ ਰਹਿੰਦੇ ਨੇ, ਤੇ ਇੱਕ ਉਹ ਜੀਵ ਨੇ ਜੋ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਜੁੜ ਜਾਂਦੇ ਨੇ, ਪ੍ਰਮਾਤਮਾ ਦਾ ਨਾਮ ਸਿਮਰਦੇ ਨੇ, ਤੇ ਆਪਣੇ ਜੀਵਨ ਕਾਲ ਦੇ ਦੌਰਾਨ ਜੋ ਜਨਮ ਮਰਨ ਦੇ ਚੱਕਰ ਹਨ ਉਹਨਾਂ ਦੇ ਵਿੱਚੋਂ ਮੁਕਤ ਹੋ ਜਾਂਦੇ ਨੇ। ਪਰ ਕਿਸੇ ਵੀ ਜੀਵ ਦੇ ਵੱਸ ਵਿੱਚ ਨਹੀਂ ਕਿ ਉਹਨੇ ਕਿਸ ਪਾਸੇ ਲੱਗਣਾ ਹੈ, ਉਹਨੇ ਮਨਮੱਤ ਤੇ ਤੁਰਨਾ ਹੈ ਜਾਂ ਗੁਰਮੱਤ ਤੇ ਤੁਰਨਾ ਹੈ। ਪ੍ਰਮਾਤਮਾ ਨਿਰਧਾਰਤ ਕਰਦਾ ਹੈ। ਪ੍ਰਮਾਤਮਾ ਹੀ ਜੀਵਾਂ ਦੇ ਉੱਤੇ ਮਿਹਰ ਕਰਕੇ ਉਹਨਾਂ ਨੂੰ ਇੱਕ ਜਾਂ ਦੂਜੇ ਪਾਸੇ
ਲਗਾਉਂਦਾ ਹੈ। ਅੱਗੇ ਗੱਲ ਹੋਈ ਉਹਨਾਂ ਮਨੁੱਖਾਂ ਦੀ ਜੋ ਸਿਰਫ ਜ਼ਬਾਨੀ ਹੀ ਪ੍ਰਮਾਤਮਾ ਦੀਆਂ ਗਿਆਨ ਦੀਆਂ ਗੱਲਾਂ ਕਰਦੇ ਨੇ, ਆਪਣੇ ਗਿਆਨ ਦਾ ਢੰਡੋਰਾ ਪਿੱਟਦੇ ਰਹਿੰਦੇ ਨੇ। ਗੁਰੂ ਜੀ ਕਹਿੰਦੇ ਕਿ ਅਸਲ ਦੇ ਵਿੱਚ ਉਹ ਹਉਮੈ ਦਾ ਸ਼ਿਕਾਰ ਹੁੰਦੇ ਨੇ, ਹਉਮੈ ਦੇ ਕਾਰਨ ਭਟਕਣਾ ਦੇ ਵਿੱਚ ਹੀ ਪੈ ਰਹਿੰਦੇ ਨੇ। ਜੋ ਅਸਲ ਦੇ ਵਿੱਚ ਗਿਆਨਵਾਨ ਹੋ ਗਿਆ, ਉਹ ਗਿਆਨ ਨੂੰ ਵੰਡ ਤੇ ਦੇਗਾ। ਇਹ ਨਹੀਂ ਹੈ ਕਿ ਉਹ ਆਪਣੇ ਕੋਲ ਹੀ ਰੱਖੇਗਾ। ਗੁਰੂ ਸਾਹਿਬਾਨਾਂ ਨੇ ਗੁਰਬਾਣੀ ਲਿਖ ਕੇ ਗਿਆਨ ਵੰਡਿਆ ਹੈ, ਪਰ ਢੰਡੋਰਾ ਨਹੀਂ ਪਿੱਟਿਆ ਕਿ ਉਹ ਗਿਆਨਵਾਨ ਹਨ। ਇੰਨਾ ਕੁ ਫਰਕ ਹੈ। ਜੋ ਗਿਆਨਵਾਨ ਨਹੀਂ ਹੈ ਪਰ ਭੁਲੇਖਾ ਹੈ ਜਿਹਨੂੰ ਕਿ ਉਹ ਗਿਆਨ ਵਾਲਾ ਹੈ, ਉਹ ਇਸ ਗੱਲ ਦਾ ਢੰਡੋਰਾ ਪਿੱਟੇਗਾ ਕਿ ਮੈਂ ਗਿਆਨ ਵਾਲਾ ਹਾਂ, ਉਹ ਹਉਮੈ ਦਾ ਸ਼ਿਕਾਰ ਹੋਇਆ ਹੋਏਗਾ। ਪਰ ਜੋ ਅਸਲ ਦੇ ਵਿੱਚ ਗਿਆਨਵਾਨ ਹੈ, ਜਿਸ ਨੇ ਅਸਲ ਦੇ ਵਿੱਚ ਆਪਣੇ ਆਪ ਨੂੰ ਪਛਾਣ ਲਿਆ ਹੈ, ਪ੍ਰਮਾਤਮਾ ਦੇ ਨਾਲ ਸਾਂਝ ਬਣਾ ਲਈ ਹੈ, ਉਹ ਉਸ ਗਿਆਨ ਨੂੰ ਦੂਜਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਤਾਂ ਕਰੇਗਾ, ਪਰ ਆਪਣੇ ਆਪ ਨੂੰ ਪਿੱਛੇ ਰੱਖ ਕੇ ਆਪਣੀ ਵਾਹਾਵਾਹੀ ਨਹੀਂ ਕਰੇਗਾ, ਆਪਣੀ ਹਉਮੈ ਨੂੰ ਵੱਲ ਨਹੀਂ ਦੇਗਾ। ਇਹ ਨਹੀਂ ਕਹੇਗਾ ਕਿ ਮੈਂ ਗਿਆਨਵਾਨ ਹਾਂ। ਸੋ ਆਓ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੀਏ ਕਿ ਅਸੀਂ ਅਸਲ ਦੇ ਵਿੱਚ ਗਿਆਨਵਾਨ ਬਣੀਏ। ਪ੍ਰਮਾਤਮਾ ਸਾਡੇ 'ਤੇ ਮਿਹਰ ਕਰੇ ਕਿ ਅਸੀਂ ਅਸਲ ਦੇ ਵਿੱਚ ਗਿਆਨਵਾਨ ਬਣ ਸਕੀਏ, ਹਉਮੈ ਤੋਂ ਦੂਰ ਰਹਿ ਸਕੀਏ। ਵੀਡੀਓ ਚੰਗੀ ਲੱਗੀ ਹੋਵੇ ਤਾਂ ਅੱਗੇ ਲੋਕਾਂ ਦੇ ਤੱਕ ਜ਼ਰੂਰ ਸ਼ੇਅਰ ਕਰ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।